ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸ ਟੀਵੀ। ਮੈਂ ਸੁਖਦੀਪ ਕੌਰ ਸੰਧੂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਪਹਿਲਾਂ ਪੇਸ਼ ਨੇ ਚੁਣਵੀਆਂ ਖਬਰਾਂ। ਖੇਤੀ ਕਾਨੂੰਨ ਰੱਦ ਹੋਣ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨਾ ਕਰਨ ਪੁੱਜੇ ਕਿਸਾਨ ਆਗੂ। ਬੱਬੂ ਮਾਨ ਸਮੇਤ ਪੰਜਾਬ ਦੇ ਕਲਾਕਾਰਾਂ ਤੇ ਬੁੱਧੀਜੀਵੀਆਂ ਬਣਾਇਆ ਜੂਝ ਦਾ ਪੰਜਾਬ ਮੰਚ। ਚੋਣ ਲੜਨ ਬਾਰੇ ਵੀ ਹੋਏਗਾ ਐਲਾਨ। ਬਾਬੇ ਦੀ ਕਿਰਪਾ ਨਾਲ ਕਿਸਾਨਾਂ ਨੂੰ ਮਿਲੀ ਹੈ ਜਿੱਤ। ਬੱਬੂ ਮਾਨ ਵੀ ਹੋਏ ਹਰਿਮੰਦਰ ਸਾਹਿਬ ਨਤਮਸਤਕ। ਅਮਰੀਕਾ ਦੇ ਵਿੱਚ ਤੂਫਾਨ ਨਾਲ ਮਾਰੇ ਗਏ ਵਿਅਕਤੀਆਂ ਦੇ ਸੰਸਕਾਰ ਲਈ ਪ੍ਰਤੀ ਮ੍ਰਿਤਕ $5000 ਦੇਣ ਦਾ ਐਲਾਨ। ਰਾਸ਼ਟਰਪਤੀ ਜੋ ਬਾਈਡਨ ਨੇ ਇੱਕ ਹੁਕਮ ਕੀਤਾ ਪਾਸ। ਜਨਤਕ ਸੇਵਾਵਾਂ ਦੇ ਲਾਭ ਲੈਣੇ ਹੋਏ ਸੁਖਾਲੇ। ਕਾਂਗਰਸ ਹਾਈ ਕਮਾਨ ਨੇ ਪੰਜਾਬ ਚੋਣ ਕਮੇਟੀ ਦਾ ਕੀਤਾ ਐਲਾਨ। ਨਵਜੋਤ ਸਿੱਧੂ ਬਣੇ ਚੇਅਰਮੈਨ। ਹੁਣ ਖਬਰਾਂ ਵਿਸਥਾਰ ਦੇ ਨਾਲ। ਕੇਂਦਰ ਸਰਕਾਰ ਦੇ ਵੱਲੋਂ ਪਾਸ ਕੀਤੇ ਗਏ 3 ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰ ਜਿੱਤ ਪ੍ਰਾਪਤ ਕਰਨ ਵਾਲੇ ਕਿਸਾਨਾਂ ਦੀ ਹੁਣ ਘਰ ਵਾਪਸੀ ਹੋ ਗਈ ਹੈ, ਜਿਸ ਦੇ ਚੱਲਦਿਆਂ ਦਿੱਲੀ ਦੇ ਬਾਰਡਰਾਂ ਤੇ ਡਟੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਸਣੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਨੇ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਗੁਰਮਤਿ ਸਮਾਗਮ ਕਰਕੇ ਕਿਸਾਨ ਆਗੂਆਂ ਦਾ ਸਨਮਾਨ ਕੀਤਾ ਗਿਆ। ਕਿਸਾਨਾਂ ਨੇ ਗੁਰੂ ਘਰ ਮੱਥਾ ਟੇਕ ਕੇ ਕਿਸਾਨੀ ਸੰਘਰਸ਼ ਦੀ ਜਿੱਤ ਨੂੰ ਲੈ ਕੇ ਪਰਮਾਤਮਾ ਦਾ ਸ਼ੁਕਰੀਆ ਕੀਤਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ, ਡਾਕਟਰ ਦਰਸ਼ਨਪਾਲ, ਗੁਰਨਾਮ ਸਿੰਘ ਚੜੂਨੀ ਆਦਿ ਨੇ ਖੇਤੀ ਕਾਨੂੰਨ ਰੱਦ ਹੋਣ ਦੀ ਅਰਦਾਸ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਿਆ ਹੈ। ਜ਼ਿਕਰਯੋਗ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ 3 ਖੇਤੀ ਕਾਨੂੰਨ ਪਾਸ ਕੀਤੇ ਗਏ ਸਨ। ਉਕਤ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਵਿਰੋਧ ਦੇ ਵਿੱਚ ਦਿੱਲੀ ਦੀਆਂ ਸਰਹੱਦਾਂ ਤੇ ਦੇਸ਼ ਦੇ ਕਿਸਾਨ ਪਿਛਲੇ 1 ਸਾਲ ਤੋਂ ਵੱਧ ਸਮੇਂ ਤੋਂ ਡਟੇ ਹੋਏ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਮੋਦੀ ਸਰਕਾਰ ਨੇ 3 ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ, ਜਿਸ ਦਾ ਸਦਕਾ ਸਰਹੱਦ ਤੇ ਬੈਠੇ ਕਿਸਾਨਾਂ ਨੂੰ ਆਖਿਰਕਾਰ 1 ਸਾਲ ਤੋਂ ਵੱਧ ਸਮੇਂ ਬਾਅਦ ਜਿੱਤ ਹਾਸਲ ਹੋ ਗਈ ਹੈ। ਕਿਸਾਨਾਂ ਨੇ ਹੁਣ ਆਪਣੇ ਘਰਾਂ ਨੂੰ ਵਾਪਸੀ ਕਰ ਲਈ ਹੈ। ਟਰੈਕਟਰ, ਟਰਾਲੀਆਂ ਤੇ ਜੀਪਾਂ ਦੇ ਵਿੱਚ ਸਵਾਰ ਹੋ ਕੇ ਘਰਾਂ ਨੂੰ ਵਾਪਸੀ ਕਰ ਰਹੇ ਕਿਸਾਨਾਂ ਤੇ ਲੋਕਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਅਸੀਂ ਫਤਿਹ ਮਾਰਚ ਦੇ ਰੂਪ ਚੱਲੇ ਸੀ। ਅੱਜ ਦਰਬਾਰ ਸਾਹਿਬ ਸ਼ੁਕਰਾਨਾ ਕਰਨ ਆਏ ਆ। ਜਿਹੜੀ ਆਪਾਂ ਸੰਘਰਸ਼ ਸਾਰਿਆਂ ਨੇ ਰਲ ਕੇ ਲੜਿਆ ਉਹ ਜਿੱਤਿਆ ਤੇ ਸੰਪੂਰਨ ਜਿੱਤ ਹੋਈ ਆ। ਤੇ ਅੱਜ ਬਾਬਾ ਜੀ ਦੇ ਨਤਮਸਤਕ ਕਰਨ ਆਏ ਆ। ਨਾਲ ਹੀ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਆ ਜਿਹੜੇ ਸਾਡੇ ਨਾਲ ਗਏ ਸੀ। 720 ਕਿਸਾਨ ਤੋਂ ਉੱਪਰ ਸਾਡੇ ਸ਼ਹੀਦ ਹੋਏ ਆ, ਜਿਹੜੇ ਉਹਨਾਂ ਦੇ ਨਤਮਸਤਕ ਅੱਜ ਉਹਨਾਂ ਨੂੰ ਬਾਬਾ ਜੀ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਕਿਉਂਕਿ ਉਹਨਾਂ ਨੇ ਸਾਂਝੇ ਕੰਮ ਲਈ ਲੜਾਈ ਕੀਤੀ। ਉਹ ਸਾਡੇ ਸ਼ਹੀਦ ਨੇ ਤੇ ਉਹਨਾਂ ਦਾ ਸਤਿਕਾਰ ਹਮੇਸ਼ਾ ਰਹੂਗਾ। ਇਹ ਜਿਹੜੀ ਜਿੱਤ ਆ ਉਹ ਸ਼ਹੀਦਾਂ ਨੂੰ ਨਤਮਸਤਕ ਆ। ਦੇਖੋ ਜੀ, ਅਕਾਲ ਤਖਤ ਸਾਹਿਬ ਤੇ ਅਰਦਾਸ ਹੋਈ ਸੀ ਔਰ ਅਰਦਾਸ ਪੂਰੀ ਹੋਈ ਆ। ਅਸੀਂ ਆਪਣਾ ਮੱਥਾ ਟੇਕਣ ਆਏ ਆ ਔਰ ਅਰਦਾਸ ਕਰਨ ਆਏ ਆ ਕਿ ਪੰਜਾਬ ਦਾ ਭਵਿੱਖ ਜਿਹੜਾ ਉਹ ਚੰਗਾ ਹੋ ਸਕੇ। ਜਿੱਧਰ ਅਸੀਂ ਜਾ ਰਹੇ ਹਾਂ ਪੰਜਾਬ ਦਾ ਬਣੂਗਾ ਕੁਝ। ਸਾਰਿਆਂ ਦਾ ਯੋਗਦਾਨ, ਇੱਕ ਬੱਚੇ ਦਾ, ਇੱਕ ਮਾਂ ਦਾ, ਇੱਕ ਬੱਚੇ ਦਾ, ਪੰਜਾਬ ਦੇ ਸਾਰੀ ਦੁਨੀਆ ਤੋਂ ਲੋਕ ਰਲੇ, ਧਰਮਾਂ ਤੋਂ ਉੱਪਰ ਉੱਠੇ, ਜਾਤ ਪਾਤ ਤੋਂ ਉੱਪਰ ਉੱਠ ਕੇ ਬਾਬੇ ਨਾਨਕ ਦੀ ਸੋਚ ਦੇ ਨਾਲ ਅਸੀਂ ਇਹ ਲੜਾਈ ਲੜੀ ਤੇ ਲੜਾਈ ਜਿੱਤੀ। ਦੇਖੋ, ਇਹ ਸਾਡੀ ਨੌਲੇਜ 'ਚ ਨਹੀਂ ਹੈ, ਪਰ ਇਹ ਚੁਣਾਵੀ ਵਾਅਦੇ ਹੁੰਦੇ ਨੇ, ਇਹ ਵੋਟਾਂ ਲੈਣ ਦੇ ਸਟੰਟ ਹੁੰਦੇ ਨੇ। ਹੁਣ ਤੱਕ ਦੇ 90 ਕਰੋੜ ਦਾ ਕਰਜ਼ਾ ਮਾਫ ਨਹੀਂ ਕੀਤਾ, ਹੁਣ ਇਹਨਾਂ ਨੂੰ 90,000 ਕਰੋੜ ਦਾ ਕਰਜ਼ਾ ਯਾਦ ਆ ਗਿਆ। ਜਦੋਂ ਇਲੈਕਸ਼ਨ ਕਰ ਸਕਦੇ ਨੇ, ਇਹਨਾਂ ਦੇ ਖਜ਼ਾਨੇ 'ਚ ਹੈ। ਇਹ ਸਾਰੇ ਵੋਟਾਂ ਲੈਣ ਦੇ ਸਟੰਟ ਨੇ। ਕਿਸਾਨ ਅੰਦੋਲਨ ਕਰਕੇ ਪੰਜਾਬ ਦੇ ਬਦਲੇ ਮਾਹੌਲ ਤੋਂ ਬੁੱਧੀਜੀਵੀ, ਪੱਤਰਕਾਰ ਅਤੇ ਕਲਾਕਾਰ ਕਾਫੀ ਉਮੀਦਾਂ ਲਾਈ ਬੈਠੇ ਨੇ। ਇਸ ਦੇ ਲਈ ਇੱਕ ਪਾਸੇ ਕਿਸਾਨਾਂ ਦੇ ਉੱਪਰ ਚੋਣ ਲੜਨ ਦਾ ਦਬਾਅ ਪਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਬੁੱਧੀਜੀਵੀ, ਪੱਤਰਕਾਰ ਅਤੇ ਕਲਾਕਾਰ ਵੀ ਸਿਆਸੀ ਤਬਦੀਲੀ ਦੇ ਲਈ ਹੰਭਲਾ ਮਾਰਨ ਦੀ ਰਣਨੀਤੀ ਉਲੀਕ ਰਹੇ ਨੇ। ਇਸ ਦੇ ਤਹਿਤ ਹੀ ਅੱਜ ਬੁੱਧੀਜੀਵੀ ਅਤੇ ਕਲਾਕਾਰ ਇਕੱਤਰ ਹੋਏ ਨੇ। ਇਸ ਮੌਕੇ ਤੇ ਬੱਬੂ ਮਾਨ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਦੇ ਨਾਲ ਬਹੁਤ ਕੁਝ ਹਾਸਲ ਹੋਇਆ ਹੈ। ਲੋਕ ਹੁਣ ਬੋਲਣ ਲੱਗ ਪਏ ਨੇ, ਲੋਕਾਂ ਦੇ ਅੰਦਰ ਉਮੀਦ ਪੈਦਾ ਹੋਈ ਹੈ। ਹੁਣ ਫਰਜ਼ ਬਣਦਾ ਹੈ ਕਿ ਇਸ ਨੂੰ ਚੰਗੇ ਪਾਸੇ ਲਾਇਆ ਜਾਵੇ। ਉਹਨਾਂ ਨੇ ਕਿਹਾ ਹੈ ਕਿ ਇਹ ਕੋਈ ਸਿਆਸੀ ਭੁੱਖ ਨਹੀਂ ਹੈ, ਸਗੋਂ ਰਾਜਨੀਤੀ ਨੂੰ ਪ੍ਰਭਾਵਿਤ ਕਰਨਾ ਹੈ। ਉਹਨਾਂ ਨੇ ਕਿਹਾ ਹੈ ਕਿ ਸੂਬੇ ਦੇ ਵਿੱਚ ਟਰਾਂਸਪੋਰਟ, ਸਿੱਖਿਆ ਸਭ ਦਾ ਬੁਰਾ ਹਾਲ ਹੈ। ਇਸ ਵੇਲੇ ਨਵੀਂ ਸੋਚ ਤੇ ਏਜੰਡੇ ਦੀ ਲੋੜ ਹੈ। ਚੋਣਾਂ ਦੌਰਾਨ ਸਿਆਸੀ ਪਾਰਟੀਆਂ ਨੂੰ ਏਜੰਡਾ ਦੱਸਿਆ ਜਾਏਗਾ। ਜੇਕਰ ਨਹੀਂ ਮੰਨਣਗੇ ਤਾਂ ਵਿਰੋਧ ਵੀ ਕਰਾਂਗੇ। ਜਿਹੜਾ ਸਹਿਮਤ ਹੋਏਗਾ ਉਸ ਦਾ ਹੀ ਸਾਥ ਦਿੱਤਾ ਜਾਏਗਾ। ਸੋ ਇਹ ਏਜੰਡਾ ਪੰਜਾਬ ਬਚਾਉਣ ਦੇ ਲਈ ਹੋਏਗਾ। किस्मती है कि इन्होंने मैनू शामिल करा। मैं दुआ करदा कि सदा इस तरह के लोग जुड़ते रहन जिहड़े पंजाब बारे सोचते हैं। जूझदा पंजाब, अज असीं जूझदा पंजाब वालों इकट्ठे होए हैं। मैं पहला थोड़ी छोटी जी एक संखेप मिलनी करा दवां। दविंदर शर्मा जी
खेती खुराक पॉलिसी माहर ने, ज्ञानी केवल सिंह जी साबका जथेदार तख्त दमदमा साहब तलवंडी साबो, गुलपनाग जी अदाकारा, डॉक्टर बलविंदर सिंह सिद्धू साबका कमिश्नर खेतीबाड़ी, डॉक्टर श्याम सुंदर दीप्ति अमृतसर मेडिकल कॉलेज, रमनिंदर कौर साबका जर्नलिस्ट, सरबजीत धालीवाल सीनियर पत्रकार, जस्सा पट्टी पहलवान रुस्तमे हिंद, हमीर सिंह जी सीनियर पत्रकार, दीपक शर्मा जी सीनियर पत्रकार। सो ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ, ਤੁਸੀਂ ਵਕਤ ਕੱਢ ਕੇ ਆਏ। ਕੇਂਦਰ ਸਰਕਾਰ ਦੇ ਵੱਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਵੱਲੋਂ ਫਤਿਹ ਮਾਰਚ ਦਿੱਲੀ ਦੇ ਬਾਰਡਰਾਂ ਤੋਂ ਕੱਢਿਆ ਗਿਆ ਸੀ, ਜੋ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਸੰਪੰਨ ਹੋਇਆ। ਉੱਥੇ ਹੀ ਇਸ ਮਾਰਚ ਦੇ ਵਿੱਚ ਪੰਜਾਬ ਤੋਂ ਅਤੇ ਹੋਰ ਸੂਬਿਆਂ ਦੇ ਕਿਸਾਨ ਜਥੇਬੰਦੀਆਂ ਦੇ ਆਗੂ ਮੁੱਖ ਤੌਰ ਤੇ ਸ਼ਾਮਿਲ ਹੋਏ ਨੇ। ਉੱਥੇ ਇਸ ਸਾਰੇ ਦੇ ਨਾਲ ਪੰਜਾਬੀ ਗਾਇਕ ਬੱਬੂ ਮਾਨ ਵੀ ਮੌਜੂਦ ਰਹੇ ਨੇ। ਉੱਥੇ ਹੀ ਅੱਜ ਕਿਸਾਨ ਆਗੂਆਂ ਨੂੰ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਉੱਥੇ ਹੀ ਬੱਬੂ ਮਾਨ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਅਤੇ ਜਦੋਂ ਵੀ ਅਸੀਂ ਜਿੱਤ ਪ੍ਰਾਪਤ ਕਰਦੇ ਹਾਂ ਤਾਂ ਅਸੀਂ ਇਹ ਜਿੱਤ ਆਪਣੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਰੱਖਦੇ ਹਾਂ। ਉੱਥੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਅਸੀਂ ਉਦੋਂ ਹੀ 200% ਸੋਚ ਲਿਆ ਸੀ ਕਿ ਇਹ ਅੰਦੋਲਨ ਅਸੀਂ ਜਿੱਤ ਕੇ ਹੀ ਵਾਪਸ ਆ ਜਾਵਾਂਗੇ। ਉੱਥੇ ਬੱਬੂ ਮਾਨ ਨੇ ਬੋਲਦੇ ਹੋਏ ਕਿਹਾ ਹੈ ਕਿ ਪੰਜਾਬ ਦੀ ਸਰਕਾਰ ਵੀ ਕਿਸਾਨਾਂ ਦੇ ਨਾਲ ਮੱਥਾ ਲਾ ਕੇ ਵੇਖ ਲਵੇ, ਉਹਨਾਂ ਨੂੰ ਵੀ ਉਹਨਾਂ ਦੇ ਅੱਗੇ ਝੁਕਣਾ ਹੀ ਪਏਗਾ। ਪੰਜਾਬ ਸਰਕਾਰ ਅਤੇ ਹੋਰਾਂ ਸਰਕਾਰਾਂ ਦੇ ਬਾਰੇ ਕਦੀ ਵੀ ਕਿਸਾਨਾਂ ਦੇ ਨਾਲ ਮੱਥਾ ਲਾਉਣ ਦੇ ਲਈ ਨਹੀਂ ਸੋਚ ਸਕਦੀਆਂ। ਉੱਥੇ ਬੱਬੂ ਮਾਨ ਨੇ ਕਿਹਾ ਹੈ ਕਿ ਗੁਰੂ ਘਰਾਂ ਦੇ ਲੰਗਰ ਅਤੇ ਗੁਰੂ ਘਰ ਦਾ ਸਹਿਯੋਗ ਬਹੁਤ ਵੱਡਾ ਸਹਿਯੋਗ ਮੰਨਿਆ ਜਾਂਦਾ ਹੈ। ਬੱਬੂ ਮਾਨ ਨੇ ਕਿਹਾ ਹੈ ਕਿ ਕਰੋਨਾ ਦੇ ਵਿੱਚ ਸਰਕਾਰਾਂ ਫੇਲ ਹੁੰਦੀਆਂ ਹੋਈਆਂ ਨਜ਼ਰ ਆਈਆਂ ਨੇ, ਲੇਕਿਨ ਲੋਕ ਜੋ ਨੇ ਉਹ ਪਾਸ ਹੋ ਗਏ। ਬੱਬੂ ਮਾਨ ਨੇ ਬੋਲਦੇ ਹੋਏ ਕਿਹਾ ਹੈ ਕਿ ਸਾਡੀ 32 ਜਥੇਬੰਦੀਆਂ ਦੇ ਵੱਲੋਂ ਪਹਿਲਾਂ ਸਰਕਾਰ ਨੂੰ ਟੇਬਲ ਤੇ ਹਰਾਇਆ ਗਿਆ, ਉਸ ਤੋਂ ਬਾਅਦ ਹੀ ਉਹਨਾਂ ਦੇ ਵੱਲੋਂ ਇਹ ਅੰਦੋਲਨ ਜੋ ਹੈ ਅਤੇ ਇਸੇ ਕਰਕੇ ਹੀ ਜੁੜੇ 3 ਖੇਤੀ ਕਾਨੂੰਨਾਂ ਨੇ ਇਸ ਨੂੰ ਰੱਦ ਕਰਨਾ ਪਿਆ। ਉੱਥੇ ਹੀ ਬੱਬੂ ਮਾਨ ਨੇ ਕਿਹਾ, ਮੈਂ ਇੱਕ ਸਿਰਫ ਪੰਜਾਬੀ ਗਾਇਕ ਨਹੀਂ ਹਾਂ, ਮੈਂ ਲੇਖਕ, ਕਵੀਆਂ ਅਤੇ ਕਿਸਾਨਾਂ ਦਾ ਪੁੱਤ ਵੀ ਹਾਂ। ਦੇਖੋ, ਹਰ ਜਿਹੜੀ ਕੁਣਬਾ ਕਬੀਲਾ ਹੁੰਦਾ ਉਹਨੇ ਕੁਝ ਆਪਣੇ ਵਿਧੀ ਵਿਧਾਨ ਬਣਾਏ ਹੁੰਦੇ ਆ। ਜਿਹੜੇ ਪੰਜਾਬੀ ਲੋਕ ਹੈ, ਜਦੋਂ ਤੋਂ ਬਾਬਾ ਗੁਰੂ ਨਾਨਕ ਸਾਹਿਬ ਨੂੰ ਨਤਮਸਤਕ ਹੋਣ ਲੱਗੇ ਉਦੋਂ ਤੋਂ ਇੱਕ ਰਵਾਇਤ ਬਣ ਗਈ ਕਿ ਜਿੱਤਣਾ ਤੁਸੀਂ ਪੂਰੀ ਮਿਹਨਤ ਨਾਲ, ਪਰ ਜਿਹੜਾ ਉਹਦਾ ਸਾਰਾ ਜਿਹੜਾ ਸਿਲਾ ਕਹਿ ਦਈਏ ਜਾਂ ਉਸ ਜਿੱਤ ਦਾ ਸਿਹਰਾ ਉਹ ਫਿਰ ਬਾਬੇ ਦੇ ਦਰ ਤੇ ਆ ਕੇ ਮੱਥਾ ਟੇਕ ਦੇਣਾ। ਬਸ ਇਹ ਸਿਹਰਾ ਤਾਂ ਫਿਰ ਬਾਬਿਆਂ ਨੂੰ ਜਾਂਦਾ ਜਿਨ੍ਹਾਂ ਨੇ ਇਹ ਰਾਹ ਦਿਖਾਏ। ਜਿਸ ਮੁਲਕ ਦੀ ਬੈਕਬੋਨ ਖੇਤੀਬਾੜੀ ਹੋਵੇ ਤੇ ਉਹ ਜਿਹੜੇ ਖੇਤੀ ਕਰਨ ਵਾਲੇ ਆ ਜੇ ਉਹੀ ਨਿਰਾਸ਼ ਹੋ ਗਏ, ਤੁਸੀਂ ਕਿਹਦੇ ਤੇ ਰਾਜ ਕਰੋਗੇ? ਨਹੀਂ ਹੋ ਸਕਦਾ ਨਾ, ਇਹ ਹੋਣਾ ਵੀ ਨਹੀਂ। ਭਵਿੱਖ 'ਚ ਵੀ ਕੋਈ ਤਜਰਬਾ ਹੋਰ ਸਰਕਾਰ ਵੀ ਕਰਕੇ ਵੇਖ ਲੇ, ਉਹ ਵੀ ਨਹੀਂ ਹੋਣਾ। ਔਰ ਭਵਿੱਖ ਜਿਹੜੀ ਪੰਜਾਬ ਦੀ ਸਰਕਾਰ ਜਿਹੜੀ ਬਣੂਗੀ ਨਾ, ਉਹ ਵੀ ਕੋਈ ਤਜਰਬਾ ਕਰਕੇ ਵੇਖ ਲੇ, ਉਹ ਵੀ ਨਹੀਂ ਚੱਲਣੀ। ਜਿਹੜੇ ਇਸ ਅੰਦੋਲਨ ਦੀ ਜਿਹੜੀ ਚੰਗੀ ਚੀਜ਼ ਕੀ ਹੋਈ ਆ, ਜਿਹੜਾ ਪੰਜਾਬੀਆਂ ਦਾ ਜਿਹੜਾ ਜਾਂ ਪੰਜਾਬੀ ਜੇ ਆਪਾਂ ਸਾਰੇ ਗਿਣ ਲੈਂਦੇ ਹਾਂ, ਜੇ ਆਪਾਂ ਆਸਥਾ ਦੇ ਹਿਸਾਬ ਨਾਲ ਚੱਲੀਏ ਤਾਂ ਸਿੱਖੀਜ਼ਮ ਜਾਂ ਗੁਰੂ ਘਰਾਂ ਦਾ ਜਿਹੜਾ ਯੋਗਦਾਨ ਹੈ ਇਹ ਬਹੁਤ ਵੱਡਾ ਹੈ। ਔਰ ਲੰਗਰ ਕਿੰਨਾ ਮਿਲਿਆ ਲੋਕਾਂ ਨੂੰ। ਕਰੋਨਾ 'ਚ ਸਰਕਾਰ ਫੇਲ ਹੋ ਗਈ ਤੇ ਪੰਜਾਬੀ ਪਾਸ ਹੋ ਗਏ। ਅਮਰੀਕਾ ਦੇ 5 ਰਾਜਾਂ ਦੇ ਵਿੱਚ ਆਏ ਜ਼ਬਰਦਸਤ ਤੂਫਾਨ ਕਾਰਨ ਭਾਰੀ ਤਬਾਹੀ ਹੋਈ ਹੈ। ਹਜ਼ਾਰਾਂ ਲੋਕ ਬੇਘਰ ਹੋਏ ਨੇ ਤੇ ਹਜ਼ਾਰਾਂ ਲੋਕ ਬਿਨਾਂ ਬਿਜਲੀ ਦੇ ਦਿਨ ਕੱਟਣ ਦੇ ਲਈ ਮਜਬੂਰ ਹੋਏ ਨੇ, ਜਿਸ ਨੂੰ ਬਹਾਲ ਕਰਨ ਦੇ ਲਈ ਸਮਾਂ ਲੱਗ ਸਕਦਾ ਹੈ। ਕੈਂਟਕੀ ਦੇ ਵਿੱਚ ਸਭ ਤੋਂ ਵੱਧ ਤਬਾਹੀ ਹੋਈ ਹੈ। ਕੈਂਟਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਕਿਹਾ ਹੈ ਕਿ ਰਾਜ ਦੇ ਵਿੱਚ 74 ਮੌਤਾਂ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ, ਜਦ ਕਿ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਉਹਨਾਂ ਨੇ ਕਿਹਾ ਹੈ ਕਿ ਮ੍ਰਿਤਕਾਂ ਦੀ ਅਸਲ ਗਿਣਤੀ ਦਾ ਪਤਾ ਲੱਗਣ ਦੇ ਵਿੱਚ ਹਫ਼ਤੇ ਦਾ ਸਮਾਂ ਲੱਗ ਸਕਦਾ ਹੈ। ਉਹਨਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਮ੍ਰਿਤਕਾਂ ਦੇ ਵਿੱਚ 5 ਸਾਲ ਤੋਂ ਲੈ ਕੇ 86 ਸਾਲ ਦੇ ਲੋਕ ਸ਼ਾਮਿਲ ਨੇ। ਉਹਨਾਂ ਨੇ ਮ੍ਰਿਤਕਾਂ ਨੂੰ ਸਪੁਰਦੇ ਖਾਕ ਕਰਨ ਦੇ ਲਈ ਹਰੇਕ ਪੀੜਤ ਪਰਿਵਾਰ ਨੂੰ $5000 ਦੇਣ ਦਾ ਐਲਾਨ ਵੀ ਕੀਤਾ ਹੈ। ਗਵਰਨਰ ਨੇ ਕਿਹਾ ਹੈ ਕਿ ਰਾਜ ਦੇ ਵਿੱਚ ਜਾਨੀ ਨੁਕਸਾਨ ਤੋਂ ਇਲਾਵਾ 1000 ਤੋਂ ਵੱਧ ਇਮਾਰਤਾਂ ਨੂੰ ਨੁਕਸਾਨ ਪੁੱਜਾ ਅਤੇ ਬਿਜਲੀ ਪਾਣੀ ਸੰਬੰਧੀ ਸੇਵਾਵਾਂ ਬਹਾਲ ਕਰਨ ਦੇ ਲਈ ਕਈ ਦਿਨ ਲੱਗ ਸਕਦੇ ਨੇ, ਕਿਉਂਕਿ ਬੁਨਿਆਦੀ ਢਾਂਚੇ ਨੂੰ ਨੁਕਸਾਨ ਪੁੱਜਾ। ਇਸੇ ਦੌਰਾਨ ਹੀ ਕੈਂਟਕੀ ਦੇ ਵਿੱਚ ਐਮਰਜੈਂਸੀ ਮੈਨੇਜਮੈਂਟ ਡਾਇਰੈਕਟਰ ਮਾਈਕਲ ਜੋਸੇਟ ਨੇ ਤੂਫਾਨ ਕਾਰਨ ਹੋਏ ਨੁਕਸਾਨ ਦਾ ਵੇਰਵਾ ਦਿੰਦੇ ਹੋਏ ਦੱਸਿਆ ਹੈ ਕਿ 10000 ਘਰਾਂ ਤੇ ਕਾਰੋਬਾਰੀ ਅਦਾਰਿਆਂ ਨੂੰ ਪਾਣੀ ਦੀ ਸਪਲਾਈ ਬੰਦ ਹੋ ਗਈ ਹੈ।
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਇੱਕ ਹੁਕਮ ਪਾਸ ਕੀਤਾ ਹੈ ਜੋ ਕਿ ਨਾਗਰਿਕਾਂ ਦਾ ਸਮਾਂ ਬਚਾਏਗਾ ਅਤੇ ਪਰੇਸ਼ਾਨੀ ਦੂਰ ਕਰੇਗਾ ਜਦੋਂ ਕਈ ਤਰ੍ਹਾਂ ਦੀਆਂ ਫੈਡਰਲ ਸੇਵਾਵਾਂ ਲੈ ਰਹੇ ਹੋਣਗੇ। ਇਹਨਾਂ ਦੇ ਵਿੱਚ ਪਾਸਪੋਰਟ ਨਵਿਆਉਣਾ, ਸਮਾਜਿਕ ਸੁਰੱਖਿਆ ਲਾਭ ਦੇ ਲਈ ਅਪਲਾਈ ਕਰਨਾ ਅਤੇ ਕੁਦਰਤੀ ਆਫਤਾਂ ਮਗਰੋਂ ਮਦਦ ਲੈਣਾ ਸ਼ਾਮਿਲ ਹੈ। ਵਾਈਟ ਹਾਊਸ ਦੇ ਅਧਿਕਾਰੀਆਂ ਨੇ ਐਗਜ਼ੈਕਟਿਵ ਆਰਡਰ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕਈ ਸੰਗਠਨ ਜਨਤਕ ਸੇਵਾਵਾਂ ਦੇ ਵਿੱਚ ਸੁਧਾਰ ਦੀ ਮੰਗ ਕਰ ਰਹੇ ਸਨ। ਇਸ ਹੁਕਮ ਦੇ ਕਈ ਹਿੱਸੇ ਪਹਿਲਾਂ ਉਹਨਾਂ ਨੂੰ ਸੌਂਪੇ ਗਏ ਸਨ। ਇਹ ਹੁਕਮ ਅਧਿਕਾਰੀਆਂ ਦੇ ਕੋਲ ਕੱਢਣੇ ਪੈਂਦੇ ਗੇੜੇ ਘਟਾਏਗਾ ਤੇ ਨਾਲ ਹੀ ਦਫ਼ਤਰਾਂ ਦੇ ਗੇੜੇ ਵੀ ਨਹੀਂ ਲੱਗਣੇ। ਸੋ ਜ਼ਿਕਰਯੋਗ ਹੈ ਕਿ ਕਈ ਵਾਰ ਡਾਕ ਤੇ ਫੈਕਸ ਮਸ਼ੀਨਾਂ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨ ਦੇ ਵਿੱਚ ਅੜਿੱਕਾ ਪਾਉਂਦੀਆਂ ਨੇ। ਵਾਈਟ ਹਾਊਸ ਨੇ ਆਸ ਜਤਾਈ ਹੈ ਕਿ ਸੰਘੀ ਏਜੰਸੀਆਂ ਦੇ ਨਾਲ ਲੋਕਾਂ ਦਾ ਤਜਰਬਾ ਬਿਹਤਰ ਹੋਣ ਦੇ ਨਾਲ ਉਹਨਾਂ ਦਾ ਸਰਕਾਰ ਅਤੇ ਲੋਕਤੰਤਰ ਦੇ ਵਿੱਚ ਭਰੋਸਾ ਵਧੇਗਾ, ਜਿਸ ਨੂੰ ਸਮੇਂ ਦੇ ਨਾਲ ਵਧੇ ਸਿਆਸੀ ਧਰੁਵੀਕਰਨ ਨੇ ਖੋਰਾ ਲਾਇਆ ਸੀ। ਅਮਰੀਕਾ ਨੇ ਕੋਰੋਨਾ ਵਾਇਰਸ ਤੋਂ ਉਭਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਤੇ ਵਿੱਤੀ ਸਥਿਤੀ ਸੁਧਰ ਗਈ ਹੈ। ਕੁੱਲ ਹਿੰਦ ਕਾਂਗਰਸ ਕਮੇਟੀ ਨੇ ਆਗਾਮੀ ਚੋਣਾਂ ਦੇ ਮਾਹੌਲ ਨੂੰ ਭਖਾਉਣ ਦੇ ਲਈ ਪੰਜਾਬ ਕਾਂਗਰਸ ਦੀ ਪ੍ਰਦੇਸ਼ ਚੋਣ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਕਰੀਬ ਪੌਣੇ 2 ਸਾਲਾਂ ਦੀ ਉਡੀਕ ਤੇ ਮਗਰੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ। ਹਾਈ ਕਮਾਨ ਨੇ ਪੰਜਾਬ ਦੇ ਵਿੱਚ 28 ਜ਼ਿਲ੍ਹਾ ਪ੍ਰਧਾਨ, ਜਦੋਂ ਕਿ ਪਹਿਲੀ ਦਫਾ ਜ਼ਿਲ੍ਹਿਆਂ ਦੇ ਵਿੱਚ 54 ਵਰਕਿੰਗ ਪ੍ਰਧਾਨ ਬਣੇ ਨੇ। ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ KC ਵੈਣੂਗੋਪਾਲ ਨੇ ਪੰਜਾਬ ਕਾਂਗਰਸ ਦੀ 29 ਮੈਂਬਰੀ ਪ੍ਰਦੇਸ਼ ਚੋਣ ਕਮੇਟੀ ਦਾ ਐਲਾਨ ਕੀਤਾ ਹੈ, ਜਿਸ ਦੇ ਚੇਅਰਮੈਨ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਣਗੇ। ਇਸ ਕਮੇਟੀ ਦੇ ਵਿੱਚ ਵਜ਼ਾਰਤ ਚੋਂ ਥੋੜਾ ਸਮਾਂ ਪਹਿਲਾਂ ਹਟਾਏ ਗਏ ਵਜ਼ੀਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਚੋਣ ਕਮੇਟੀ ਦੇ ਮੈਂਬਰਾਂ ਦੀ ਸੂਚੀ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੀਨੀਅਰ ਆਗੂ ਅੰਬਿਕਾ ਸੋਨੀ, ਸਾਬਕਾ ਪ੍ਰਧਾਨ ਸੁਨੀਲ ਜਾਖੜ, ਪ੍ਰਤਾਪ ਸਿੰਘ ਬਾਜਵਾ, ਬੀਬੀ ਰਜਿੰਦਰ ਕੌਰ ਭੱਠਲ, ਸਾਬਕਾ ਪ੍ਰਧਾਨ HS ਹੰਸਪਾਲ, ਮਹਿੰਦਰ ਸਿੰਘ, KP ਲਾਲ ਸਿੰਘ, KL ਸ਼ਰਮਾ, ਰਮਿੰਦਰ ਆਂਵਲਾ, ਕੁਲਜੀਤ ਨਾਗਰਾ, ਸੁਖਵਿੰਦਰ ਡੈਨੀ, ਪਵਨ ਗੋਇਲ, ਗੁਰਪ੍ਰੀਤ ਕਾਂਗੜ, ਬਲਬੀਰ ਸਿੱਧੂ, ਸ਼ਾਮ ਸੁੰਦਰ ਅਰੋੜਾ ਤੇ ਹੋਰ ਵੀ ਕਈਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ 15 ਦਸੰਬਰ ਨੂੰ ਪੰਜਾਬ ਚੋਣਾਂ ਦੀ ਰਣਨੀਤੀ ਤਿਆਰ ਕਰਨ ਦੇ ਲਈ ਮੀਟਿੰਗ ਸੱਦੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ, ਵਰਕਿੰਗ ਪ੍ਰਧਾਨਾਂ ਤੋਂ ਇਲਾਵਾ ਹੋਰਨਾਂ ਅਹੁਦੇਦਾਰਾਂ ਨੂੰ ਮੀਟਿੰਗ ਦੇ ਲਈ ਬੁਲਾਇਆ ਗਿਆ ਹੈ। ਕੁਝ ਸਮੇਂ ਤੋਂ ਨਾਰਾਜ਼ ਚੱਲੇ ਆ ਰਹੇ ਜਾਖੜ ਨੇ ਮੀਟਿੰਗ ਸੱਦ ਕੇ ਆਪਸੀ ਤਾਲਮੇਲ ਕਾਇਮ ਕਰਨ ਅਤੇ ਚੋਣਾਂ ਦੇ ਮੱਦੇਨਜ਼ਰ ਇਕੱਠੇ ਹੋ ਕੇ ਚੱਲਣ ਦੀ ਪਹਿਲ ਕੀਤੀ ਜਾਪਦੀ ਹੈ। ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਪੰਜਾਬ ਕਾਂਗਰਸ ਭਵਨ ਵਿਖੇ ਆਵਾਜ਼ ਪੰਜਾਬ ਦੀ ਮੈਨੀਫੈਸਟੋ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਇਸ ਦਾ ਡਰਾਫਟ 15 ਦਿਨਾਂ ਅੰਦਰ ਤਿਆਰ ਕਰ ਲਿਆ ਜਾਏਗਾ। ਉਹਨਾਂ ਨੇ ਕਿਹਾ ਹੈ ਕਿ ਚੋਣ ਮੈਨੀਫੈਸਟੋ ਦੇ ਵਿੱਚ ਜੋ ਵੀ ਕਮੀ ਪੇਸ਼ੀ ਹੋਏਗੀ ਉਸ ਦੇ ਵਿੱਚ ਸੁਧਾਰ ਲਿਆਂਦਾ ਜਾਏਗਾ। ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਦਾ ਮੁੱਖ ਮਕਸਦ ਸੂਬੇ ਅੰਦਰ ਸਿੱਖਿਆ, ਸਿਹਤ ਸਹੂਲਤਾਂ ਤੇ ਹੋਰ ਮੁੱਦਿਆਂ ਦੇ ਵੱਲ ਧਿਆਨ ਕੇਂਦਰਿਤ ਕਰਨਾ ਹੈ ਤਾਂ ਕਿ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾ ਸਕੇ। ਬਾਜਵਾ ਨੇ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਸੂਬੇ ਦੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਗਈਆਂ ਨੇ ਅਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਵੱਲ ਧਿਆਨ ਦੇਣਾ ਪਏਗਾ। ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਦੇ ਕੋਲ ਅਜੇ ਆਪਣੇ ਵਾਅਦੇ ਪੂਰੇ ਕਰਨ ਦੇ ਲਈ ਕੁਝ ਦਿਨ ਬਾਕੀ ਨੇ ਅਤੇ ਸਭ ਕੁਝ ਪੂਰਾ ਕਰ ਲਿਆ ਜਾਏਗਾ। ਉਹਨਾਂ ਨੇ ਕਿਹਾ ਹੈ ਕਿ ਪਿਛਲੇ ਦਿਨੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਹੁਤ ਸਾਰੇ ਕੰਮ ਕੀਤੇ ਨੇ ਅਤੇ ਜਿਹੜੇ ਛੋਟੇ-ਛੋਟੇ ਕੰਮ ਰਹਿੰਦੇ ਨੇ ਉਹਨਾਂ ਨੂੰ ਵੀ ਪੂਰਾ ਕਰ ਲਿਆ ਜਾਏਗਾ। ਕਿ ਬੇਸਿਕਲੀ ਸਾਡੀ ਕੋਸ਼ਿਸ਼ ਹੈ, ਦਿਨ ਤੇ ਸਾਨੂੰ ਦਿੱਤੇ ਨੇ ਬਹੁਤ ਥੋੜੇ, ਬਟ ਇਹ ਅਸੀਂ ਡਰਾਫਟ ਆਂਦੇ 15 ਦਿਨਾਂ ਦੇ ਵਿੱਚ ਤਿਆਰ ਕਰ ਲੈਣਾ। ਦੂਸਰੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਗੁਪਤਾ ਸਾਹਿਬ ਨੇ ਗੱਲ ਕਹੀ ਕਿ ਕਾਂਗਰਸ ਦਾ ਬੇਸਿਕ ਫੇਥ ਕੀ ਹੈ ਕਿ 2 ਵੇ ਹੋਣਾ ਚਾਹੀਦਾ। 1 ਵੇ ਦੀ ਕੀਮਤ ਤੁਸੀਂ ਵੇਖ ਲਈ ਮੋਦੀ ਸਾਹਿਬ ਦੀ। ਬੀਜੇਪੀ ਦੇ ਸੀ ਕਿ ਫਰਮਾਨ ਜਾਰੀ ਕੀਤਾ ਤੇ ਮੰਨੋ, ਅਸੀਂ ਇਹਨਾਂ ਨੂੰ ਕਹਿੰਦੇ ਰਹੇ ਕਿ ਇਹੋ ਜਿਹਾ ਫਰਮਾਨ ਨਾ ਜਾਰੀ ਕਰੋ ਕਿ ਵਾਪਸ ਲੈਣਾ ਪਏ। 14 ਮਹੀਨਿਆਂ ਬਾਅਦ 700 ਤੋਂ ਵੱਧ ਸ਼ਹਾਦਤਾਂ ਤੋਂ ਬਾਅਦ, ਲੱਖਾਂ ਆਦਮੀਆਂ ਨੂੰ ਦੁਖੀ ਕਰਨ ਤੋਂ ਬਾਅਦ ਅੱਜ ਉਹ ਸਰਕਾਰ ਨੂੰ ਰਸਤਾ ਸਮਝ ਆਇਆ। ਸੋ ਇਹ ਸਾਡੇ ਵਾਸਤੇ ਕਾਂਗਰਸ ਵੇਖੋ ਉਹ ਜਮਾਤ ਹੈ ਜਿਸ ਨੇ ਇਸ ਮਹਾਨ ਦੇਸ਼ ਨੂੰ ਆਜ਼ਾਦੀ ਦਿਵਾਈ। ਫਿਰ ਉਸ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਇੱਕ ਨਮਾਇਆ ਰੋਲ ਸਾਡੀ ਲੀਡਰਸ਼ਿਪ ਨੇ ਕੀਤਾ। ਪੰਜਾਬ ਦੇ ਵਿੱਚ ਵੀ ਔਖੀਆਂ ਘੜੀਆਂ ਦੇ ਵਿੱਚ ਸਾਰਿਆਂ ਨੂੰ ਅੱਗੇ ਆ ਕੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਸੀ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਬਹਾਲ ਕੀਤੀ। ਹੁਣ ਅਸੀਂ ਪਿਛਲੇ 60 ਸਾਲ ਤੋਂ ਲਗਾਤਾਰ ਇੱਕ ਐਗਰੀਕਲਚਰ ਸਟੇਟ ਹੈ, ਹਿੰਦੁਸਤਾਨ ਦੀ ਨੰਬਰ 1 ਐਗਰੀਕਲਚਰ ਸਟੇਟ। ਇਹ ਹੁਣ ਜਿਹੜਾ ਪਹਿਲੀ ਗ੍ਰੀਨ ਰੈਵੋਲੂਸ਼ਨ ਸੀ ਅਸੀਂ ਉਸ ਤੋਂ ਅੱਗੇ ਮੂਵ ਕਰਨਾ। ਦੂਜੀ ਹਰੀ ਕ੍ਰਾਂਤੀ ਦੀ ਲੋੜ ਹੈ। ਕਿਸ ਕਿਸਮ ਦੀ ਐਗਰੀਕਲਚਰ ਪ੍ਰੈਕਟਿਸਿਸ ਦੀ ਲੋੜ ਹੈ, ਇਹ ਕੰਸਲਟੇਸ਼ਨ ਤੋਂ ਬਿਨਾਂ ਹੋ ਨਹੀਂ ਸਕਦਾ। ਅਸੀਂ ਪੰਜਾਬ ਦੇ ਨਾਮਵਰ ਕਿਸਾਨ ਜਥੇਬੰਦੀਆਂ, ਸਾਡੇ ਨਾਮਵਰ ਐਗਰੀਕਲਚਰ ਸਾਇੰਟਿਸਟ
ਉਹਨਾਂ ਸਾਰਿਆਂ ਨਾਲ ਗੱਲਬਾਤ ਕਰਕੇ ਅਸੀਂ ਚਾਹਾਂਗੇ ਅਗਲਾ ਫੇਜ਼ ਜਿਹੜਾ ਅਗਲਾ ਸਾਡਾ ਜਿਹੜੀ ਸਰਕਾਰ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਨਾਲ ਪ੍ਰਮਾਤਮਾ ਦੀ ਮਿਹਰ ਨਾਲ ਆਏਗੀ ਉਹਦਾ ਸਪੈਸ਼ਲ ਐਮਫੈਸਿਸ ਕਿਹੜੀ ਗੱਲ ਤੇ ਹੋਏਗਾ ਉਧਰ ਧਿਆਨ ਦੀ ਲੋੜ ਹੈ। ਕਿਸਾਨ ਲੀਡਰ ਰਾਕੇਸ਼ ਟਕੈਤ ਨੇ ਟੋਲ ਪਲਾਜ਼ਿਆਂ ਨੂੰ ਚੇਤਾਵਨੀ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਜੇ ਟੋਲ ਪਲਾਜ਼ੇ ਦੀ ਦਰ ਦੇ ਵਿੱਚ ਵਾਧਾ ਕੀਤਾ ਗਿਆ ਤਾਂ ਉਹ ਮੁੜ ਸੰਘਰਸ਼ ਛੇੜ ਦੇਣਗੇ ਤੇ ਟੋਲ ਪਲਾਜ਼ੇ ਬੰਦ ਕਰਵਾ ਦੇਣਗੇ। ਟਕੈਤ ਨੇ ਇਹ ਚੇਤਾਵਨੀ ਕਿਸਾਨ ਅੰਦੋਲਨ ਕਰਕੇ ਸਾਲ ਭਰ ਬੰਦ ਰਹੇ ਟੋਲ ਪਲਾਜ਼ਿਆਂ ਵੱਲੋਂ ਟੋਲ ਦਰਾਂ ਵਧਾਉਣ ਦੀ ਚਰਚਾ ਦੇ ਮਗਰੋਂ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਕਿਸਾਨ ਅੰਦੋਲਨ ਚੱਲਦਾ ਰਿਹਾ ਟੋਲ ਪਲਾਜ਼ੇ ਬੰਦ ਸਨ ਅਤੇ ਹੁਣ ਉਹਨਾਂ ਨੂੰ ਮੁੜ ਖੋਲ੍ਹਣ ਤੇ ਘਾਟਾ ਪੂਰਾ ਕਰਨ ਦੇ ਲਈ ਉਸ ਦੀਆਂ ਦਰਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇ ਟੋਲ ਪਲਾਜ਼ੇ ਦੀ ਦਰ ਦੇ ਵਿੱਚ ਵਾਧਾ ਕੀਤਾ ਗਿਆ ਤਾਂ ਉਹ ਮੁੜ ਸੰਘਰਸ਼ ਛੇੜ ਦੇਣਗੇ ਤੇ ਟੋਲ ਪਲਾਜ਼ੇ ਬੰਦ ਕਰਵਾ ਦੇਣਗੇ। ਉਹਨਾਂ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਕਣਕ ਤੇ ਝੋਨੇ ਦਾ ਭਾਅ ਸਿਰਫ 2-2.5% ਵਧਾਉਂਦੀ ਹੈ ਉਸੇ ਤਰਜ਼ ਤੇ ਹੀ ਟੋਲ ਪਲਾਜ਼ਿਆਂ ਦੀਆਂ ਦਰਾਂ ਵਧਾਈਆਂ ਜਾਣ। ਉਹਨਾਂ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਬਦਨਾਮ ਕਰਨ ਜਾਂ ਉਹਨਾਂ ਦੇ ਨਾਲ ਖੁੰਦਕ ਕੱਢਣ ਦੀ ਆੜ ਹੇਠ ਜੇ ਟੋਲ ਪਲਾਜ਼ਿਆਂ ਦੀ ਦਰਾਂ ਵਧਾਈਆਂ ਗਈਆਂ ਤਾਂ ਉਹ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਣਗੇ। अभी वो कोर्ट में है, सरकार का उसमें नहीं ज़्यादा है और सुप्रीम कोर्ट की निगरानी में वो चल रहा है, उसमें हम लोग लगे हुए हैं। ਐਸਕੇਐਮ ਜੀ ਉੱਠ ਜਾਂਦਾ ਹੈ क्योंकि मोर्चा तो उठ गया ਤਾਂ ਹੁਣ सरकार पे प्रेशर बिल्ड कर पाओगे दोबारा? हाँ कर लेंगे। कैसे कर लेंगे? कैसे बात से कर लेंगे, बात से हाँ, पहले भी तो बात से हुआ ही नहीं ना। हो जाएगा सब हो जाएगा। आज भी शुक्राना करना आए हो तुसी? हाँ करने आए यहाँ पे। ਪਹਿਲਾਂ ਵੀ ਆਏ ਸੀਗੇ ਤੁਸੀਂ और ਅੱਜ ਵੀ वो आधी जीत थी, आज पूरी जीत है। ਪੂਰਾ ਜਿੱਤ ਕੇ ਆਏ ਹੋ? हाँ पूरा जीत है। ਔਰ ਜਿਵੇਂ ਬਾਬਾ ਬਘੇਲ ਸਿੰਘ ਹੁਣੀ ਦਿੱਲੀ ਫਤਿਹ ਕਰਕੇ ਆਏ ਸੀਗੇ ਉਵੇਂ ਹੀ ਅੱਜ ਇਹ ਸਾਰੇ ਜਿੰਨੇ ਵੀ ਕਿਸਾਨ ਬੈਠੇ ਸੀਗੇ ਯੋਧੇ ਜਿਹੜੇ ਬੈਠੇ ਸੀਗੇ ਅੱਜ ਫਿਰ ਉੱਥੇ ਹੀ ਨਤਮਸਤਕ ਹੋਣ ਲਈ हाँ सब आएंगे, यहीं आएंगे सब। यहाँ से कहाँ जाएगा बगैर नतमस्तक होगा, कहाँ जाएंगे? ਸੋ ਲਖੋਵਾਲ ਜੀ ਵੀ ਇੱਥੇ ਮੌਜੂਦ हाँ मौजूद लाखोवाल जी भी बात करो। यूपी ਦੇ ਨਾਲ ਹੀ 2022 ਦੇ ਵਿੱਚ ਉੱਤਰਾਖੰਡ ਅਤੇ ਪੰਜਾਬ ਦੇ ਵਿੱਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਦੀ ਜ਼ੋਰਦਾਰ ਤਿਆਰੀ ਦੇ ਵਿੱਚ ਲੱਗੀ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਮਾਇਆਵਤੀ ਦੇ ਵਿੱਚ ਪੰਜਾਬ ਦੇ ਵਿੱਚ ਆਪਣੇ ਸਹਿਯੋਗੀ ਪਾਰਟੀ ਨੂੰ ਵਧਾਈ ਦਿੱਤੀ ਹੈ। ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਅੱਜ 100 ਸਾਲ ਪੂਰਾ ਹੋਣ ਤੇ ਯੂਪੀ ਦੀ ਸਾਬਕਾ ਸੀਐਮ ਮਾਇਆਵਤੀ ਨੇ ਉਹਨਾਂ ਦੇ ਨੇਤਾਵਾਂ ਨੂੰ ਵਧਾਈ ਦਿੱਤੀ ਹੈ। ਮਾਇਆਵਤੀ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ 100ਵੀਂ ਵਰ੍ਹੇਗੰਢ ਹੈ। ਅਕਾਲੀ ਦਲ ਭਾਰਤ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ ਜੋ ਪੰਜਾਬ ਦੀ ਜਨਤਾ ਦੇ ਲਈ ਸੰਘਰਸ਼ ਕਰਦੀ ਰਹੀ ਹੈ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਕਰਨ ਵਾਲੀ ਮਾਇਆਵਤੀ ਨੇ ਕਿਹਾ ਹੈ ਕਿ ਮੇਰੀ ਇੱਛਾ ਹੈ ਕਿ ਪੰਜਾਬ ਦੇ ਵਿੱਚ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਦੇ ਵਿੱਚ ਬਸਪਾ ਅਤੇ ਅਕਾਲੀ ਦਲ ਦੀ ਗੱਠਜੋੜ ਦੀ ਸਰਕਾਰ ਬਣੇ। ਅਕਾਲੀ ਦਲ ਨੂੰ 100 ਸਾਲ ਪੂਰੇ ਹੋਣ ਤੇ ਬਹੁਤ ਮੁਬਾਰਕਾਂ ਵੀ ਉਹਨਾਂ ਨੇ ਦਿੱਤੀਆਂ ਨੇ। ਮਾਇਆਵਤੀ ਨੇ ਕਿਹਾ ਹੈ ਕਿ ਪੰਜਾਬ ਇਨਕਲਾਬੀਆਂ ਦੀ ਮਹਾਨ ਧਰਤੀ ਹੈ। ਪੰਜਾਬ ਦੀਆਂ ਚੋਣਾਂ ਅਸੀਂ ਅਕਾਲੀ ਦਲ ਦੇ ਨਾਲ ਮਿਲ ਕੇ ਲੜ ਰਹੇ ਹਾਂ। ਪੰਜਾਬ ਦੇ ਵਿੱਚ ਬਸਪਾ ਅਕਾਲੀ ਦਲ ਦੀ ਸਰਕਾਰ ਬਣਨਾ ਤੈਅ ਹੈ। ਬਸਪਾ ਮੁਖੀ ਮਾਇਆਵਤੀ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ। ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ। ਉਹਨਾਂ ਨੇ ਕਿਹਾ ਹੈ ਕਿ ਮੇਰੇ ਦਿਲ ਦੇ ਵਿੱਚ ਪੰਜਾਬ ਦਾ ਖਾਸ ਸਥਾਨ ਹੈ। ਅਕਾਲੀ ਦਲ ਦੇ ਨਾਲ ਮਿਲ ਕੇ ਸਰਕਾਰ ਬਣਾ ਕੇ ਪੰਜਾਬ ਨੂੰ ਵਿਕਾਸ ਦੇ ਰਾਹ ਤੇ ਪਾਵਾਂਗੇ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਬਾਗੀ ਤੇ ਤਿੱਖੇ ਤੇਵਰ ਬਰਕਰਾਰ ਨੇ। ਸੋਮਵਾਰ ਨੂੰ ਇੱਥੇ ਕਾਂਗਰਸ ਦੀ ਰੈਲੀ ਦੌਰਾਨ ਸਿੱਧੂ ਨੇ ਰੇਤੇ ਦੇ ਰੇਟ 5 ਰੁਪਏ ਪ੍ਰਤੀ ਘਣ ਫੁੱਟ ਕਰਨ ਦੇ ਐਲਾਨ ਨੂੰ ਗਲਤ ਦੱਸ ਕੇ ਆਪਣੀ ਹੀ ਸਰਕਾਰ ਨੂੰ ਇਹ ਕਹਿ ਕੇ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਹੈ। ਸਿੱਧੂ ਨੇ ਕਿਹਾ ਹੈ ਕਿ ਰੇਤ ਅੱਜ ਵੀ 25 ਰੁਪਏ ਫੁੱਟ ਮਿਲ ਰਹੀ ਹੈ। ਇਸ ਮੌਕੇ ਤੇ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਦੇ ਹੱਥ ਤੋਂ ਹਰਵਿੰਦਰ ਸਿੰਘ ਲਾਡੀ ਨੂੰ ਟਿਕਟ ਦੇਣ ਦਾ ਐਲਾਨ ਵੀ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਗੁਲਾਬੀ ਕੈਟਰਪਿਲਰ ਦੇ ਲਈ 17,000 ਨਹੀਂ ਸਗੋਂ 25,000 ਰੁਪਏ ਮੁਆਵਜ਼ਾ ਦੇਣਾ ਚਾਹੀਦਾ ਸੀ। ਉਹਨਾਂ ਰੁਜ਼ਗਾਰ ਮੰਗਣ ਵਾਲਿਆਂ ਤੇ ਲਾਠੀਆਂ ਵਰਾਉਣ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇੱਕ ਨੌਕਰੀ ਦੇ ਲਈ ਉਹਨਾਂ ਤੇ ਡਾਂਗਾ ਨਹੀਂ ਵਰਾਉਣੀਆਂ ਚਾਹੀਦੀਆਂ ਜਦਕਿ ਉਹ ਉਹਨਾਂ ਦੇ ਵਿਚਕਾਰ ਜਾ ਕੇ ਖੜੇ ਹੋਣਗੇ। ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਸ਼ਰਾਬ ਅਤੇ ਰੇਤ ਮਾਫੀਆ ਖਤਮ ਹੋ ਜਾਂਦਾ ਹੈ ਤਾਂ ਉਹ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ 40,000 ਕਰੋੜ ਰੁਪਏ ਦੇਣਗੇ। ਸਿੱਧੂ ਨੇ ਕਿਹਾ ਹੈ ਕਿ ਉਹ ਉੱਥੇ ਹੀ ਰੈਲੀ ਕਰਨਗੇ ਜਿੱਥੇ ਇਮਾਨਦਾਰ ਲੋਕ ਹੋਣਗੇ। ਉਹਨਾਂ ਨੇ ਕਿਹਾ ਹੈ ਕਿ ਮੁਲਾਜ਼ਮਾਂ ਨੂੰ ਸਿਹਤ ਬਜਟ ਦੇ ਵਿੱਚੋਂ ਹੀ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਗਰਾਊਂਡ ਲੈਵਲ ਤੋਂ ਨਹੀਂ ਬਲਕਿ ਹਾਈ ਲੈਵਲ ਤੋਂ ਰੁਕੇਗਾ। ਇਸ ਦੇ ਲਈ ਉਪਰੋਕਤ ਲੋਕਾਂ ਨੂੰ ਪਹਿਲਾਂ ਬਾਹਰ ਦਾ ਰਸਤਾ ਦਿਖਾਉਣਾ ਹੋਏਗਾ। ਸਿੱਧੂ ਨੇ ਕਿਹਾ ਹੈ ਕਿ ਉਹ ਕਿਸੇ ਵੀ ਵਿਧਾਇਕ ਜਾਂ ਮੰਤਰੀ ਦੇ ਪੁੱਤਰ ਜਾਂ ਰਿਸ਼ਤੇਦਾਰ ਨੂੰ ਨੌਕਰੀ ਨਹੀਂ ਦੇਣਗੇ ਸਗੋਂ ਉਸ ਕਾਂਗਰਸੀ ਵਰਕਰ ਨੂੰ ਦੇਣਗੇ ਜੋ ਆਖਰੀ ਨੰਬਰ ਤੇ ਖੜਾ ਹੋਏਗਾ। ਉਹਨਾਂ ਨੇ ਕਿਹਾ ਕਿ ਜੇਕਰ ਅੱਜ ਪੰਜਾਬ ਦੀਆਂ ਮਾਰਕੀਟ ਕਮੇਟੀਆਂ ਦਾ ਚੇਅਰਮੈਨ ਕਿਸੇ ਆਮ ਵਰਕਰ ਨੂੰ ਲਾਇਆ ਜਾਏਗਾ ਤਾਂ ਉਸ ਦੀ ਸਰਕਾਰ ਕਾਮਯਾਬ ਹੋਏਗੀ। ਹੁਣ ਸਿੱਧੂ ਨਹੀਂ ਗਿਆ, ਹੁਣ ਪੰਜਾਬ ਦੀ ਆਵਾਜ਼, ਪੰਜਾਬ ਦੀ ਪਛਾਣ ਆ ਟ੍ਰਿਬਿਊਨ ਅਖਬਾਰ ਦੇ
ਪੰਜਾਬ ਦੇ ਲੋਕਾਂ ਦੇ ਲਈ 1000 ਰੁਪਏ ਟਰਾਲੀ ਚਾਹੁੰਦਾ ਸੀ, ਹੈ ਤੇ ਰਹੂਗਾ। ਤੇ ਅੱਜ 5 ਰੁਪਏ ਨਹੀਂ 25-30 ਰੁਪਏ ਦਾ ਲੈ ਦਿੱਤਾ। ਕੀ ਦਿੱਤਾ? 34 ਰੁਪਏ, 34,000 3400 ਦੀ ਟਰਾਲੀ, 4400 ਦੀ ਮਿਲਦੀ ਦੂਜੀ। ਇਹਨੂੰ ਕਿੱਦਾਂ ਬੰਦ ਕਰਨਾ? ਜੇ ਪੰਜਾਬ ਦੇ ਵਿੱਚ ਅਮਨ ਲਿਆਉਣਾ, ਜੇ ਖਾਲੇ ਪਾਉਣੇ ਆ, ਜੇ ਡਿਵੈਲਪਮੈਂਟ ਕਰਨੀ ਹੈ, ਜੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ 'ਚ ਜਾਣ ਤੋਂ ਰੋਕਣਾ, ਜੇ 70,000 ਕਰੋੜ ਰੁਪਏ ਦੀਆਂ ਜ਼ਮੀਨਾਂ ਵਿਕਣ ਤੋਂ ਬਚਾਉਣੀਆਂ ਨੇ, ਤੇ ਫਿਰ ਇਸ ਮਾਫੀਏ ਨੂੰ ਨੱਥ ਪਾ ਕੇ 30,000 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ 'ਚ ਪਾਉਣ ਤੋਂ ਖਜ਼ਾਨੇ। ਇਸ ਕਰਕੇ ਮੈਂ ਹੁਣ ਲਾਡੀ ਦੇ ਨਾਂ ਦਾ ਇੱਕ ਨਾਰਾ ਲਾਉਂ, ਜਿਹੜਾ ਬੰਦਾ ਲਾਡੀ ਦੇ ਨਾਂ ਦਾ ਜਿਤਾਊ, ਮੈਂ ਧੰਨਵਾਦ ਕਰਾਂ ਤੁਹਾਡੇ ਕੋਲੋਂ ਰੈਲੀਆਂ 6 ਕਰਾ ਲਓ, 6 ਕਰਾ ਲਿਓ ਮਨਜੋਤ ਸਿੰਘ ਸਿੱਧੂ ਤੋਂ, ਪਰ ਇਹ ਬੰਦਾ ਜਿਤਾ ਲਿਓ। ਜਿਤਾਓਗੇ? ਐਮਐਲਏ ਬਣਾਓਗੇ? ਮੈਂ ਤਾਂ ਥੋੜੇ ਦੀ ਰੱਬ ਦੇਖਣਾ, ਜਦੋਂ ਮੈਂ ਪਰਮਾਤਮਾ ਦੀ ਦਰਗਾਹ ਦੇ ਉੱਤੇ ਸਿਰ ਝੁਕਾਵਾਂ ਤੇ ਮੈਂ ਕਹਿੰਦਾ ਰੱਬਾ ਮੈਨੂੰ ਮੰਨਣਾ ਨਹੀਂ ਆਉਂਦਾ, ਮੈਨੂੰ ਆਪਣਾ ਬਣਾ ਲੈ। ਤੇ ਮੈਂ ਤੁਹਾਨੂੰ ਕਹਿੰਦਾ ਰੱਬ ਦੇਖ ਕੇ ਤੁਹਾਡੇ ਅੰਦਰ ਸਾਡਾ ਥੋੜੇ ਚਰਨਾਂ 'ਚ ਲਾ ਕੇ, ਉਹ ਸਾਨੂੰ ਮੰਨਣਾ ਨਹੀਂ ਆਉਂਦਾ, ਲਾਡੀ ਨੂੰ ਆਪਣਾ ਬਣਾ ਲਓ। ਸਭ ਤੋਂ ਬਸਾਂਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕਿਸਾਨੀ ਸੰਘਰਸ਼ ਦੀ ਜਿੱਤ ਦੇ ਸ਼ੁਕਰਾਨੇ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸ਼ੇਸ਼ ਸਮਾਗਮ ਕਰਵਾਏ ਗਏ, ਜਿਸ ਦੇ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਹਿਬਾਨ ਅਤੇ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਆਗੂਆਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਹੈ। ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਕਿਸਾਨੀ ਸੰਘਰਸ਼ ਦੇ ਵਿੱਚ ਹਿੱਸਾ ਪਾਉਣ ਵਾਲੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਣੇ ਪਲਾਜ਼ਾ ਵਿਖੇ ਕਿਸਾਨ ਆਗੂਆਂ ਨੂੰ ਜੀ ਆਇਆਂ ਕਿਹਾ ਹੈ। ਸਮਾਗਮ ਸਮੇਂ ਸੰਬੋਧਨ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਦੇ ਨਾਲ ਕਿਸਾਨੀ ਸੰਘਰਸ਼ ਨੂੰ ਜਿੱਤ ਪ੍ਰਾਪਤ ਹੋਈ ਹੈ। ਉਹਨਾਂ ਨੇ ਕਿਹਾ ਕਿ ਇਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਭਾਰਤ ਸਰਕਾਰ ਦੇ ਬਣਾਏ 3 ਕਾਲੇ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਦੇ ਅੜੀਅਲ ਰਵੱਈਏ ਕਾਰਨ 700 ਤੋਂ ਵੱਧ ਕਿਸਾਨਾਂ ਨੇ ਆਪਣੀਆਂ ਜਾਨਾਂ ਗਵਾਈਆਂ ਨੇ, ਪਰ ਸਰਕਾਰ ਨੂੰ ਆਖਿਰਕਾਰ ਝੁਕਣਾ ਹੀ ਪਿਆ। ਉਹਨਾਂ ਨੇ ਕਿਹਾ ਕਿ ਇਸ ਅੰਦੋਲਨ ਨੇ ਭਾਈਚਾਰਕ ਸਾਂਝ ਦੀ ਤੰਦ ਨੂੰ ਹੋਰ ਮਜ਼ਬੂਤ ਕੀਤਾ ਹੈ। ਹਰਿਆਣੇ ਨੇ ਆਪਣੇ ਛੋਟੇ ਭਰਾ ਹੋਣ ਦਾ ਸਬੂਤ ਦਿੰਦਿਆਂ ਹਰ ਔਕੜ ਸਮੇਂ ਡਟਵਾਂ ਮੁਕਾਬਲਾ ਕੀਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਮੁੱਚੇ ਦੇਸ਼ ਨੂੰ ਕਿਸਾਨੀ ਸੰਘਰਸ਼ ਦੀ ਜਿੱਤ ਵਧਾਈ ਦਿੰਦਿਆਂ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਦੇ ਵੱਲੋਂ ਸੰਘਰਸ਼ ਵਿੱਚ ਦਿੱਤੇ ਭਰਵੇਂ ਸਹਿਯੋਗ ਦੇ ਲਈ ਵੀ ਧੰਨਵਾਦ ਕੀਤਾ ਹੈ। ਪੰਜਾਬ ਨਾਲੋਂ ਟੁੱਟ ਰਹੀ NRIs ਦੀ ਤੀਜੀ ਪੀੜ੍ਹੀ ਨੂੰ ਆਪਣੀ ਮਿੱਟੀ ਨਾਲ ਜੋੜਨ ਦੇ ਲਈ ਪੰਜਾਬ ਸਰਕਾਰ ਇੱਕ NRI ਵੈਬਸਾਈਟ ਖੋਲ੍ਹਣ ਜਾ ਰਹੀ ਹੈ। ਇਸ ਵੈਬਸਾਈਟ ਦੇ ਰਾਹੀਂ NRI ਆਪਣੇ ਇਲਾਕੇ ਦੇ ਨਾਲ ਸੰਬੰਧਿਤ ਕਿਸੇ ਵੀ ਅਫਸਰ ਜਾਂ ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰ ਸਕਦੇ ਨੇ। ਜੇਕਰ ਉਹਨਾਂ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਫੋਨ ਰਾਹੀਂ ਸੰਪਰਕ ਕਰਕੇ ਆਪਣੀ ਸਮੱਸਿਆ ਦਾ ਹੱਲ ਕਰਵਾ ਸਕਦੇ ਨੇ। ਇਹ ਗੱਲ ਅੱਜ ਚੰਡੀਗੜ੍ਹ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਪ੍ਰਗਟ ਸਿੰਘ ਨੇ ਕਹੀ ਹੈ। ਉਹਨਾਂ ਨੇ ਕਿਹਾ ਹੈ ਕਿ ਦੇਖਣ ਦੇ ਵਿੱਚ ਆਇਆ ਕਿ NRIs ਦੀ ਤੀਜੀ ਪੀੜ੍ਹੀ ਲਗਾਤਾਰ ਪੰਜਾਬ ਦੇ ਨਾਲੋਂ ਟੁੱਟ ਰਹੀ ਹੈ ਅਤੇ ਉਹ ਆਪਣੀਆਂ ਜਾਇਦਾਦਾਂ ਵੇਚ ਰਹੀ ਹੈ। ਉਹ ਸਿਰਫ ਬੇਭਰੋਸਗੀ ਕਾਰਨ ਹੀ ਇਹ ਕਦਮ ਚੁੱਕ ਰਹੇ ਨੇ। NRIs ਦੀ ਬੇਭਰੋਸਗੀ ਨੂੰ ਦੂਰ ਕਰਨ ਦੇ ਲਈ ਪੰਜਾਬ ਸਰਕਾਰ ਵੈਬ ਪੋਰਟਲ ਖੋਲ੍ਹਣ ਜਾ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵਿਦੇਸ਼ਾਂ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਵਤਨ ਪਰਤਣ ਸਮੇਂ ਹਵਾਈ ਅੱਡਿਆਂ ਤੇ ਆਉਂਦੀ ਕਿਸੇ ਕਿਸਮ ਦੀ ਮੁਸ਼ਕਲ ਦਾ ਮੌਕੇ ਤੇ ਹੀ ਆਨਲਾਈਨ ਨਿਪਟਾਰਾ ਕਰਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਇੱਕ ਕਾਲ ਸੈਂਟਰ ਸਥਾਪਿਤ ਕਰਨ ਦਾ ਐਲਾਨ ਕੀਤਾ ਸੀ। ਪ੍ਰਗਟ ਸਿੰਘ ਨੇ ਆਖਿਆ ਹੈ ਕਿ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਹੈ ਕਿ ਕਈ ਵਾਰ ਪ੍ਰਵਾਸੀਆਂ ਨੂੰ ਹਵਾਈ ਅੱਡੇ ਤੇ ਉਤਰਨ ਸਮੇਂ ਕਾਗਜ਼ੀ ਕਾਰਵਾਈਆਂ, ਤਕਨੀਕੀ ਕਾਰਨਾਂ ਜਾਂ ਕਿਸੇ ਗਲਤਫਹਿਮੀ ਕਾਰਨ ਰੋਕ ਲਿਆ ਜਾਂਦਾ ਹੈ, ਜਿਸ ਦੇ ਨਾਲ ਉਹ ਘਬਰਾ ਜਾਂਦੇ ਨੇ ਅਤੇ ਆਪਣੇ ਦਸਤਾਵੇਜ਼ ਤੇ ਪਛਾਣ ਸਹੀ ਹੋਣ ਦੇ ਬਾਵਜੂਦ ਖੱਜਲ ਖੁਆਰੀ ਦਾ ਸਾਹਮਣਾ ਕਰਦੇ ਨੇ। ਅਜਿਹੇ ਮਾਮਲਿਆਂ ਦੇ ਵਿੱਚ ਯਾਤਰੂਆਂ ਦੀ ਮਦਦ ਦੇ ਲਈ ਸੂਬਾ ਸਰਕਾਰ ਦੇ ਵੱਲੋਂ ਕੁਇਕ ਰਿਸਪੌਂਸ ਸੈਂਟਰ ਸਥਾਪਿਤ ਕੀਤਾ ਜਾਵੇਗਾ, ਜਿਹੜਾ ਕਿ 24 ਘੰਟੇ ਸਰਗਰਮ ਰਹੇਗਾ। ਜਿਹੜਾ NRI ਡਿਪਾਰਟਮੈਂਟ ਹੈ, ਇਹਦੇ ਵਿੱਚ ਬੈਕਗਰਾਉਂਡ ਤੇ ਇੱਕ ਟੀਮ ਲੱਗੀ ਹੋਈ ਸੀ ਜਿਹੜੀ NRIs ਨਾਲ, ਔਰ ਸਾਡੇ ਅਸ਼ਵਨੀ ਗੁਪਤਾ ਜੀ ਇਹ ਐਡਵਾਈਜ਼ਰ ਹੈਗੇ ਆ ਮੇਰੇ ਨਾਲ NRI ਡਿਪਾਰਟਮੈਂਟ ਦੇ ਵਿੱਚ। ਇਹਦੇ ਤੇ ਅਸੀਂ ਹੋਮਵਰਕ ਕਰ ਰਹੇ ਸੀ ਕਿ ਐਕਚੁਅਲ ਪ੍ਰੋਬਲਮਸ ਕੀ ਹੈਗੀਆਂ ਤੇ ਉਹਦਾ ਅਲਟੀਮੇਟਲੀ ਸੋਲੂਸ਼ਨ ਕੀ ਦੇਣਾ।
ਸੋ ਜਿਹੜੇ ਮੈਂ ਤਾਂ ਇਹਨਾਂ ਨੂੰ ਬੇਸਿਕਲੀ NRIs ਦੀ ਜਗ੍ਹਾ ਵੀ NRPs ਕਹਿਣਾ ਕਿ ਨਾਨ ਰੈਜ਼ੀਡੈਂਟ ਪੰਜਾਬੀਜ਼ ਜਿਹੜੇ ਆ ਉਹਨਾਂ ਦੇ ਬੇਸਿਕਲੀ ਜਿਹੜੀ ਤਾਂ ਫਸਟ ਜਨਰੇਸ਼ਨ ਜਾਂ ਸੈਕੰਡ ਜਨਰੇਸ਼ਨ ਸੀ ਉਹਨਾਂ ਦਾ ਕਨੈਕਟ ਤਾਂ ਪੰਜਾਬ ਨਾਲ ਲਗਭਗ ਪੂਰਾ ਸੀ, ਲੇਕਿਨ ਜਿਹੜੀ ਥਰਡ ਜਨਰੇਸ਼ਨ ਹੈਗੀ ਆ ਉਹ ਕਿਤੇ ਨਾ ਕਿਤੇ ਡਿਸਕਨੈਕਟ ਹੋ ਰਹੀ ਆ, ਤੇ ਡਿਸਕਨੈਕਟ ਹੋ ਕੇ ਜਿਹੜੀ ਤੀਜੀ ਜਨਰੇਸ਼ਨ ਆ ਉਹ ਲਗਭਗ ਪੰਜਾਬ ਤੋਂ ਆਪਣੀਆਂ ਜਿਹੜੀਆਂ ਪ੍ਰਾਪਰਟੀਆਂ ਵਗੈਰਾ ਆ ਉਹਨਾਂ ਨੂੰ ਸੈਲ ਕਰ ਰਹੀ ਆ। ਉਹ ਕਿਉਂ ਸੈਲ ਕਰ ਰਹੀ ਆ? ਕਿਉਂਕਿ ਕਿਤੇ ਨਾ ਕਿਤੇ ਬੇਭਰੋਸਗੀ ਜਿਹੜੀ ਆ ਸਿਸਟਮ ਦੇ ਵਿੱਚ ਉਹ ਹੈਗੀ ਆ, ਔਰ ਉਸ ਬੇਭਰੋਸਗੀ ਨੂੰ ਦੂਰ ਕਰਨ ਲਈ ਅਸੀਂ NRIs ਜਿਹੜਾ ਡਿਪਾਰਟਮੈਂਟ ਹੈਗਾ ਉਹਦੀ ਵਰਕਆਊਟ ਕੀਤਾ ਕਿ ਸਾਨੂੰ ਕੀ ਕੀ ਕਰਨ ਦੀ ਜ਼ਰੂਰਤ ਆ, ਕੀ ਵਿਜ਼ਨ ਦੇਣ ਦੀ ਜ਼ਰੂਰਤ ਹੈ, ਕੀ NRIs ਨੂੰ ਸਾਨੂੰ ਕਰਨ ਦੀ ਜ਼ਰੂਰਤ ਹੈ ਤਾਂ ਕਿ ਉਹ ਜਿਹੜੀ ਸਾਡੇ ਤੋਂ ਡਿਸਕਨੈਕਟ ਹੋ ਰਹੀ ਆ ਜਿਹੜੀ ਥਰਡ ਜਨਰੇਸ਼ਨ ਆ ਉਹਨਾਂ ਨੂੰ ਦੁਬਾਰਾ ਜਿਹੜਾ ਆ ਪੰਜਾਬ ਦੇ ਨਾਲ ਜੋੜਿਆ ਵੀ ਜਾਵੇ। ਕਿਉਂਕਿ ਪੰਜਾਬੀ ਇੱਕ ਇਮੋਸ਼ਨਲ ਰੇਸ ਹੋਣ ਕਰਕੇ ਗੱਲ ਤਾਂ ਜ਼ਰੂਰ ਕਰਦੇ ਆ, ਲੇਕਿਨ ਉਹਦੀ ਇੰਪਲੀਮੈਂਟੇਸ਼ਨ 'ਚ ਕਿਤੇ ਨਾ ਕਿਤੇ ਕਾਫੀ ਜਿਹੜਾ ਉਹ ਗੈਪ ਹੈਗਾ। ਖਾਸ ਕਰਕੇ ਜਦੋਂ NRI ਟਰੈਵਲ ਕਰਦਾ ਤੇ ਉਹਨੂੰ ਸਪੋਰਟ ਸਿਸਟਮ ਦੀ ਜ਼ਰੂਰਤ ਹੁੰਦੀ ਹੈ। ਉਹਦੇ ਲਈ ਅਸੀਂ ਇੱਕ ਵੈਬ ਪੋਰਟਲ ਜਿਹੜੀ ਆਨਲਾਈਨ ਉਹਦੀ ਡਿਜ਼ਾਈਨਿੰਗ ਆਲਮੋਸਟ ਅਸੀਂ ਫਾਈਨਲ ਸਟੇਜਸ ਤੇ ਹੈਗੀ ਆ, ਕਿਉਂਕਿ ਜਦੋਂ ਵੀ ਉਹ ਟਰੈਵਲ ਕਰਨਾ ਚਾਹਵੇ ਤੇ ਉਹ ਕੰਸਰਨ ਥਾਣੇ ਨੂੰ, ਕੰਸਰਨ ਈਵਨ SSP ਨੂੰ, ਈਵਨ ਕਿ DGP ਨੂੰ ਐਂਡ ਈਵਨ ਕਿ ਕੰਸਰਨ ਮਿਨਿਸਟਰੀ ਨੂੰ ਜਿਹੜੀ NRI ਮਿਨਿਸਟਰੀ ਆ ਉਹਦੇ ਬਾਰੇ ਪਤਾ ਹੋਵੇ ਵੀ ਹਾਂ ਬਈ, ਔਰ ਉਹਨੂੰ ਕੌਨਫੀਡੈਂਸ ਹੋਵੇ ਵੀ ਹਾਂ ਵੀ ਜੇ ਮੈਨੂੰ ਕਿਤੇ ਸਮੱਸਿਆ ਆਉਂਦੀ ਆ ਤਾਂ these are the numbers। ਔਰ ਅਸੀਂ ਇਹ ਸਾਰਾ ਕੁਝ ਬੇਸਿਕਲੀ ਆਨਲਾਈਨ ਜਿਹੜਾ ਉਹ ਸਿਸਟਮ ਦੇ ਨਾਲ ਅਟੈਚ ਕਰਕੇ। ਸੰਯੁਕਤ ਰਾਜ ਅਮਰੀਕਾ ਦੇ ਵਿੱਚ ਇੱਕ ਨਵੇਂ ਇਮੀਗ੍ਰੇਸ਼ਨ ਨੇ H1B ਵੀਜ਼ਾ ਪ੍ਰੋਗਰਾਮ ਦੇ ਵਿੱਚ ਹੋਰ ਸਖਤ ਨਿਯਮਾਂ ਦੀ ਮੰਗ ਕੀਤੀ ਹੈ, ਜਿਸ ਦੀ ਵਰਤੋਂ ਕੰਪਨੀਆਂ ਉੱਚ ਹੁਨਰਮੰਦ ਕਾਮਿਆਂ ਦੇ ਵਿੱਚ ਅੰਤਰਾਲ ਨੂੰ ਦੂਰ ਕਰਨ ਦੇ ਲਈ ਕਰਦੀਆਂ ਨੇ। ਅਮਰੀਕਾ ਪ੍ਰਤੀਨਿਧੀ ਸਭਾ ਦੇ ਵਿੱਚ ਪ੍ਰਸਤਾਵਿਤ ਅਮਰੀਕਾ ਟੈਂਕ ਵਰਕਫੋਰਸ ਐਕਟ 2021 ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੰਗ ਕਰਦਾ ਹੈ, ਕਿਉਂਕਿ ਇਹ ਜ਼ਿਆਦਾਤਰ ਵੱਡੀਆਂ ਤਕਨੀਕੀ ਕੰਪਨੀਆਂ ਨੂੰ ਟੈਕਸ ਬ੍ਰੇਕਾਂ ਪ੍ਰਦਾਨ ਕਰਕੇ ਅਤੇ ਉਹਨਾਂ ਨੂੰ ਘੱਟ ਕੀਮਤ ਤੇ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਣ ਦੀ ਇਜਾਜ਼ਤ ਦੇ ਕੇ ਲਾਭ ਪਹੁੰਚਾਉਂਦਾ ਹੈ। ਰਿਪਬਲਿਕਨ ਸਟੱਡੀ ਕਮੇਟੀ ਦੇ ਚੇਅਰਮੈਨ ਜਿਮ ਬੈਂਕਸ ਦੁਆਰਾ ਬਿਗ ਟੈਕ ਨੂੰ ਜਵਾਬਦੇਹ ਰੱਖਣ ਦੇ ਲਈ ਰਿਪਬਲਿਕ ਸਟੱਡੀ ਕਮੇਟੀ ਇਨੀਸ਼ੀਏਟਿਵ ਦੇ ਹਿੱਸੇ ਵਜੋਂ ਬਿੱਲ ਪੇਸ਼ ਕੀਤਾ ਗਿਆ ਸੀ। ਆਸਟ੍ਰੇਲੀਆ ਦੇ ਵਿੱਚ ਪੜ੍ਹਨ ਅਤੇ ਕੰਮ ਕਰਨ ਦੇ ਚਾਹਵਾਨਾਂ ਦੇ ਲਈ ਚੰਗੀ ਖਬਰ ਹੈ। ਆਸਟ੍ਰੇਲੀਆ ਦੀਆਂ ਸਰਹੱਦਾਂ ਇਸ ਹਫ਼ਤੇ ਵਿਦੇਸ਼ੀ ਵਿਦਿਆਰਥੀਆਂ ਅਤੇ ਹੁਨਰਮੰਦ ਕਾਮਿਆਂ ਦੇ ਲਈ ਯੋਜਨਾ ਮੁਤਾਬਿਕ ਖੁੱਲ ਜਾਣਗੀਆਂ। ਸਿਹਤ ਮੰਤਰੀ ਗ੍ਰੈਗ ਹੰਟ ਨੇ ਸੋਮਵਾਰ ਨੂੰ ਇਸ ਸੰਬੰਧੀ ਪੁਸ਼ਟੀ ਕੀਤੀ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਦੇ ਮੁਤਾਬਿਕ ਸਿਹਤ ਮੰਤਰੀ ਨੇ ਕਿਹਾ ਹੈ ਕਿ ਬੁੱਧਵਾਰ ਤੋਂ ਵਿਦੇਸ਼ੀ ਵਿਦਿਆਰਥੀਆਂ ਅਤੇ ਹੁਨਰਮੰਦ ਕਾਮੇ ਮਾਰਚ 2020 ਤੋਂ ਬਾਅਦ ਪਹਿਲੀ ਵਾਰ ਆਸਟ੍ਰੇਲੀਆ ਦੇ ਵਿੱਚ ਦਾਖਲ ਹੋ ਸਕਣਗੇ। ਪਹੁੰਚਣ ਮਗਰੋਂ ਉਹਨਾਂ ਨੂੰ ਲੋੜ ਮੁਤਾਬਿਕ ਕੁਆਰੰਟਾਈਨ ਰੱਖਿਆ ਜਾਏਗਾ। ਬਾਜਵਾ ਨੂੰ ਸ਼ੁਰੂ ਦੇ ਵਿੱਚ 1 ਦਸੰਬਰ ਨੂੰ ਦੁਬਾਰਾ ਖੋਲੇ ਜਾਣਾ ਸੀ, ਪਰ ਨਵੇਂ ਓਮਿਕਰੋਨ ਵੈਰੀਐਂਟ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ ਯੋਜਨਾ ਦੇ ਵਿੱਚ ਤਬਦੀਲੀ ਕਰਕੇ 2 ਹਫ਼ਤਿਆਂ ਦੇ ਲਈ ਦੇਰੀ ਕੀਤੀ ਗਈ। ਹੰਟ ਨੇ ਕਿਹਾ ਹੈ ਕਿ ਚੀਫ ਮੈਡੀਕਲ ਅਫਸਰ ਪਾਲ ਕੈਲੀ ਅਤੇ ਅੰਤਰਰਾਸ਼ਟਰੀ ਸਬੂਤ ਆਸ਼ਾਵਾਦੀ ਸਨ ਕਿ ਓਮਿਕਰੋਨ ਵੈਰੀਐਂਟ ਹਲਕੇ ਹੋਣ ਦੇ ਸਪਸ਼ਟ ਸੰਕੇਤ ਦਿਖਾ ਰਿਹਾ ਹੈ। ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਮਜ਼ਬੂਤ ਸਪਸ਼ਟ ਸਬੂਤ ਇਹ ਹੈ ਕਿ ਸਾਰੇ ਟੀਕੇ ਗੰਭੀਰ ਬਿਮਾਰੀ ਹਸਪਤਾਲ ਦੇ ਵਿੱਚ ਦਾਖਲ ਹੋਣ ਅਤੇ ਜਾਨ ਗਵਾਉਣ ਦੇ ਵਿਰੁੱਧ ਬਹੁਤ ਸਪਸ਼ਟ ਕਵਰੇਜ ਪ੍ਰਦਾਨ ਕਰਨਾ ਜਾਰੀ ਰੱਖਦੇ ਨੇ। ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮਿਕਰੋਨ ਬਾਰੇ ਚਿੰਤਾਵਾਂ ਦੇ ਵਿਚਕਾਰ ਅਮਰੀਕਾ ਦੇ ਵਿੱਚ 16 ਅਤੇ 17 ਸਾਲ ਦੀ ਉਮਰ ਦੇ ਬੱਚਿਆਂ ਦੇ ਲਈ ਵੈਕਸੀਨ ਦੀ ਬੂਸਟਰ ਖੁਰਾਕ ਦੀ ਸਿਫਾਰਿਸ਼ ਕੀਤੀ ਗਈ ਹੈ। ਪਹਿਲਾਂ ਸਿਰਫ ਬਾਲਗ ਇਸ ਦੇ ਲਈ ਯੋਗ ਸਨ, ਪਰ US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਨਾਬਾਲਗਾਂ ਨੂੰ ਵੀ ਫਾਈਜ਼ਰ ਦੀ ਵੈਕਸੀਨ ਦੀ ਬੂਸਟਰ ਖੁਰਾਕ ਦੇ ਲਈ ਯੋਗ ਦੱਸਿਆ ਹੈ। FDA ਨੇ ਕਿਹਾ ਹੈ ਕਿ ਉਸਨੇ ਫਾਈਜ਼ਰ ਇੰਕ ਅਤੇ ਬਾਇਓਨਟੈਕ ਐਸੀ ਦੀ ਵੈਕਸੀਨ ਦੀ ਐਮਰਜੈਂਸੀ ਵਰਤੋਂ ਦੇ ਅਧਿਕਾਰਾਂ ਦੇ ਵਿੱਚ ਸੋਧ ਕੀਤੀ ਹੈ ਤਾਂ ਜੋ 16-17 ਸਾਲ ਦੀ ਉਮਰ ਦੇ ਬੱਚਿਆਂ ਨੂੰ ਵੈਕਸੀਨ ਦੀ ਦੂਜੀ
ਦੂਜੀ ਖੁਰਾਕ ਤੋਂ ਘੱਟੋ-ਘੱਟ 6 ਮਹੀਨੇ ਬਾਅਦ ਵੈਕਸੀਨ ਦੀ ਬੂਸਟਰ ਖੁਰਾਕ ਮਿਲ ਸਕੇ। ਅਮਰੀਕਾ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ ਨੇ ਵੀ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। CDC ਦੇ ਨਿਰਦੇਸ਼ਕ ਰਸ਼ੇਲ ਵਾਲੈਂਸਕੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ, ਹਾਲਾਂਕਿ ਸਾਡੇ ਕੋਲ ਓਮਿਕਰੋਨ ਵੇਰੀਐਂਟ ਨਾਲ ਸੰਬੰਧਿਤ ਸਾਰੇ ਸਵਾਲਾਂ ਦੇ ਜਵਾਬ ਨਹੀਂ ਨੇ, ਪਰ ਸ਼ੁਰੂਆਤੀ ਡਾਟਾ ਤੋਂ ਪਤਾ ਲੱਗਦਾ ਹੈ ਕਿ ਵੈਕਸੀਨ ਦੀ ਬੂਸਟਰ ਖੁਰਾਕ ਓਮਿਕਰੋਨ ਅਤੇ ਹੋਰ ਰੂਪਾਂ ਦੇ ਵਿਰੁੱਧ ਸੁਰੱਖਿਆ ਨੂੰ ਵਧਾਉਣ ਅਤੇ ਮਜ਼ਬੂਤ ਕਰਨ ਦੇ ਵਿੱਚ ਮਦਦ ਕਰਦੀ ਹੈ। ਇਹ ਸਨ ਅੱਜ ਦੀਆਂ ਖਾਸ ਖਬਰਾਂ। ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਦੇਖਣ ਦੇ ਵਾਸਤੇ ਤੁਸੀਂ ਸਾਡੇ YouTube ਚੈਨਲ ਪੰਜਾਬ ਮੇਲ USA TV ਨੂੰ ਕਰੋ ਸਬਸਕ੍ਰਾਈਬ। ਧੰਨਵਾਦ।